सतनाम धन वाहिगुरु साहिब जी। सतनाम धन वाहिगुरु साहिब जी। गावे को ताण हुवे किसे ताण, गावे को दात जाने निशान, गावे को गुण वडियाइयां चाद, गावे को विद्या विखम विचार, गावे को साज करी तन खे, गावे को जी ले फिर दे, गावे को जापे दिशे दूर, गावे को विखे हादुरा हदूर, कथना कथी ना आवे टोट, कथ कथ कथी कोटि कोट कोट, दींदा दे लेंदे थक पाहे, जुगा जुगंतर खाही खाहे, हुक्मी हुक्म चलाए रहा, नानक दिगसे वे परवाह, हुक्मी हुक्म चलाए रहा, नानक दिगसे वे परवाह। वाहिगुरु जी का खालसा वाहिगुरु जी की फतेह। परम सन्मानयोग जुगो जुगी अटल चवर छतर तख्त दे मालक हाजरा हजूर ज़हरा ज़हूर साहिब श्री गुरु ग्रंथ साहिब महाराज जी की पावन हजूरी अंदर चल रही लड़ीवार कथा जपजी साहिब जी की विचार अधीन संध्या वेले तो गुरु चरनां दे विच हाजरियां भर रहे गुरमुख जनों वड्डे भागां वाले हाँ। आओ विचार आरंभ करन तो पहला गुरु चरनां दे विच शीस नवाउंदियां रचना पवित्र करदियां गज के फतेह दा जवाब फतेह विच दिओ आखो जी वाहिगुरु जी का खालसा वाहिगुरु जी की फतेह। साहिब श्री गुरु नानक देव पातशाह जी के पावन मुखार बिन तो उचारण की हुई बाणी जपजी साहिब जी के विचार अज आपां तीसरी पौड़ी की विचार सांझी करनी है। सतगुरु जी कृपा करन। आओ तीसरी पौड़ी की पहली पंक्ति की विचार आरंभ करिए। सतगुरु जी कृपा करन। गावे को ताण होवे किसे ताण, गावे को दात जाने निशान। साहिब श्री गुरु नानक देव पातशाह जी इस पावन पंक्ति के द्वारा समझाने का यत्न करते ने। गावे को ताण, ताण का अर्थ होंदा है बल। ते हजूर आखदे ने कोई गाउंदा है गावे को ताण होवे किसे ताण, जिस दे कोल समर्था है उस परमात्मा दे गुण गाउण दी। हजूर आखदे कि जिस किसी मनुख नूं समर्था ये प्राप्त होंदी है वो रब दे ताण नूं गाउंदा है, रब दे गुण नूं गाउंदा है, जिहदे कोल परमात्मा ने बख्शिश करके ये जिहड़ा बल है उसनूं बख्शिया है। पावन बाणी दे विच सतगुरु जी समझाउण दा यतन करते हैं कि जिमें असीं समझण दा यतन करिए कि जे साडे शरीर दे विच बल होवेगा, ताकत होवेगी, बोलण की समर्था होवेगी, कुछ कारज नूं करन दे वास्ते शरीर दे विच ऊर्जा होवेगी, ते तां ही असीं उस कारज नूं कर सकते हैं।
ਤੇ ਹਜ਼ੂਰ ਆਖਦੇ ਕਿ ਪਰਮਾਤਮਾ ਦੇ ਤਾਣ ਨੂੰ ਗਾਉਣ ਵਾਸਤੇ, ਪਰਮਾਤਮਾ ਦੇ ਬਲ ਨੂੰ ਗਾਉਣ ਵਾਸਤੇ ਵੀ ਉਹਦੀ ਬਖਸ਼ਿਸ਼ ਜ਼ਰੂਰੀ ਹੈ, ਉਹਦਾ ਤਾਣ ਹੋਣਾ ਜ਼ਰੂਰੀ ਹੈ, ਉਹਦੀ ਮਿਹਰਮਤ ਹੋਣਾ ਜ਼ਰੂਰੀ ਹੈ। ਜਿੰਨਾ ਚਿਰ ਤੱਕ ਉਸ ਪਰਮਾਤਮਾ ਦੇ ਵੱਲੋਂ ਬਖਸ਼ਿਸ਼ ਪ੍ਰਾਪਤ ਨਹੀਂ ਹੋਵੇਗੀ, ਤਾਣ ਪ੍ਰਾਪਤ ਨਹੀਂ ਹੋਵੇਗਾ, ਉਹਨਾਂ ਚਿਰ ਤੱਕ ਉਸ ਪਰਮਾਤਮਾ ਦੇ ਬਲ ਨੂੰ ਗਾਉਣਾ ਮੁਸ਼ਕਿਲ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਹਜ਼ੂਰ ਆਖਦੇ ਕੋਈ ਗਾਉਂਦਾ ਹੈ, ਗਾਵੇ ਕੋ ਅਰਥ ਹੈ ਗਾਵੇ ਕੋ ਦਾ, ਕਿ ਕੋਈ ਗਾਉਂਦਾ ਹੈ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ, ਬਖਸ਼ਿਸ਼ਾਂ ਦਾ ਨਿਸ਼ਾਨ ਜਾਣ ਕੇ, ਉਹਦੀਆਂ ਨਿਸ਼ਾਨੀਆਂ ਨੂੰ ਜਾਣ ਕੇ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ। ਅਤੇ ਸਮਝਣ ਦਾ ਯਤਨ ਕਰੀਏ। ਸਤਿਗੁਰੂ ਜੀ ਸਮਝਾਉਂਦੇ ਹਨ ਪਾਵਨ ਬਾਣੀ ਦੇ ਦੁਆਰਾ ਕਿ ਜਿੰਨਾ ਚਿਰ ਤੱਕ ਉਸ ਪਰਮਾਤਮਾ ਦੇ ਵੱਲੋਂ ਸਾਡੇ ਉੱਤੇ ਮਿਹਰਮਤ ਨਹੀਂ ਹੁੰਦੀ, ਕਿਸੇ ਕਾਰਜ ਨੂੰ ਉਹਨਾਂ ਚਿਰ ਤੱਕ ਕੀਤਾ ਨਹੀਂ ਜਾ ਸਕਦਾ। ਇੱਥੋਂ ਤੱਕ ਕਿ ਇਸ ਸੰਸਾਰ ਦੇ ਵਿੱਚ ਜਿਤਨੇ ਵੀ ਆਏ ਹਨ, ਜਾਂ ਤਾਂ ਉਹ ਆਪਣੀ ਜਿਹੜੀ ਹਉਮੈ ਦਾ ਹੰਕਾਰ ਸੀ, ਜਿਹੜਾ ਹਉਮੈ ਦਾ ਤਾਣ ਸੀ, ਹਉਮੈ ਦਾ ਬਲ ਸੀ, ਉਸ ਬਲ ਦੇ ਕਾਰਨ ਇੰਨਾ ਕੁ ਮਨ ਦੇ ਵਿੱਚ ਅਭਿਮਾਨ ਹੋ ਗਿਆ ਕਿ ਉਹ ਆਪਣੇ ਆਪ ਨੂੰ ਸਦੀਵੀ ਇਸ ਸੰਸਾਰ ਦੇ ਵਿੱਚ ਸਥਿਰ ਰਹਿਣਾ ਜਿਹੜਾ ਸੀ ਉਹ ਸਮਝਣ ਲੱਗ ਪਏ। ਹਰਨਾਕਸ਼ ਵਰਗੇ ਰਾਜੇ ਆਏ, ਜਿਹੜੀ ਲੋਕਾਈ ਉਸ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੀ ਸੀ, ਆਖਦੀ ਸੀ ਕਿ ਜਲੇ ਹਰੀ ਥਲੇ ਹਰੀ, ਅਤੇ ਹਰਨਾਕਸ਼ ਨੇ ਇਹ ਢੰਡੋਰਾ ਪਟਵਾ ਦਿੱਤਾ ਕਿ ਕੋਈ ਵੀ ਜਿਹੜਾ ਮਨੁੱਖ ਹੈ ਉਸ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰੇਗਾ, ਕਿਉਂਕਿ ਮੈਂ ਇਸ ਸੰਸਾਰ ਦੇ ਵਿੱਚ ਇਸ ਜਗਤ ਦਾ ਰਾਜਾ ਹਾਂ ਅਤੇ ਮੇਰੇ ਬਲ ਨੂੰ, ਮੇਰੀ ਤਾਕਤ ਨੂੰ ਸਾਰੇ ਜਾਣਦੇ ਹਨ। ਇਸ ਕਰਕੇ ਹੁਣ ਜਲੇ ਹਰੀ ਥਲੇ ਹਰੀ ਨਹੀਂ, ਹੁਣ ਜਲੇ ਹਰਨਾਕਸ਼ ਥਲੇ ਹਰਨਾਕਸ਼ ਇਹ ਵਾਲਾ ਜਿਹੜਾ ਨਾਮ ਹੈ ਇਹ ਸਾਰੀ ਲੋਕਾਈ ਨੇ ਜਪਣਾ ਹੈ। ਪਰ ਸਮਾਂ ਕਿਸੇ ਦਾ ਵੀ ਇਸ ਜਗਤ ਦੇ ਵਿੱਚ ਸਥਿਰ ਨਹੀਂ, ਇੱਕ ਨਾ ਇੱਕ ਦਿਨ ਉਸ ਦੀ ਜਿਹੜੀ ਤਾਕਤ ਹੈ, ਉਹਦਾ ਬਲ ਹੈ ਜਿਹੜਾ ਉਹ ਖਤਮ ਹੁੰਦਾ ਹੈ, ਅਤੇ ਉਸ ਨੂੰ ਵੀ ਇਸ ਸੰਸਾਰ ਦੇ ਵਿੱਚੋਂ ਉਸ ਪਰਮਾਤਮਾ ਦੇ ਬਲ ਦੇ ਸਾਹਮਣੇ ਹਾਰਨਾ ਪੈਂਦਾ ਹੈ। ਅਤੇ ਜਦੋਂ ਉਸ ਪਰਮਾਤਮਾ ਦੇ ਵੱਲੋਂ ਬੁਲਾਵਾ ਆਉਂਦਾ ਹੈ, ਉਹਦਾ ਸਾਰਾ ਜਿਹੜਾ ਬਲ ਹੈ, ਤਾਕਤ ਹੈ, ਇਸ ਸੰਸਾਰ ਦੇ ਵਿੱਚ ਹੀ ਰਹਿ ਜਾਂਦੀ, ਅਤੇ ਇਸ ਸੰਸਾਰ ਤੋਂ ਫਿਰ ਉਸ ਨੂੰ ਕੂਚ ਕਰਨਾ ਪੈਂਦਾ। ਜੇ ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸੰਬੰਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਵਿਚਾਰ ਕਰੀਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ, ਹਰੇਕ ਲੜਾਈ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ, ਅਤੇ ਇਹਦਾ ਸਿਹਰਾ ਸੀ ਜਿਹੜਾ ਉਸ ਪਰਮਾਤਮਾ ਨੂੰ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਜਿਹੜੀ ਇਹ ਮੈਨੂੰ ਜਿੱਤ ਪ੍ਰਾਪਤ ਹੋਈ ਹੈ, ਕਿਸੇ ਨੇ ਪੁੱਛਿਆ ਕਿ ਪਾਤਸ਼ਾਹ ਤੁਸੀਂ ਆਪਣੇ ਬਲ ਦੇ ਨਾਲ ਇਸ ਜਿਹੜੀ ਲੜਾਈ ਹੈ, ਇਸ ਜੰਗ ਨੂੰ ਜਿੱਤਿਆ ਹੈ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਕਿ ਮੇਰੀ ਜਿਹੜੀ ਇਹ ਜਿੱਤ ਹੈ ਇਹ ਮੇਰੀ ਜਿੱਤ ਨਹੀਂ ਹੋਈ, ਇਹ ਜਿੱਤ ਉਸ ਅਕਾਲ ਪੁਰਖ ਦੀ ਹੋਈ ਹੈ, ਉਹਦੀ ਕਿਰਪਾ ਦੇ ਸਦਕਾ, ਉਹਦੀ ਮਿਹਰਮਤ ਦੇ ਸਦਕਾ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਉਸ ਜਿਹੜਾ ਕਾਲ ਹੈ, ਜਿਹੜਾ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਜਿਹਦੇ ਉੱਤੇ ਕਿਸੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਉਹ ਪਰਮਾਤਮਾ ਦੀ ਬਖਸ਼ਿਸ਼ ਦੇ ਸਦਕਾ ਇਹ ਜਿਹੜੀ ਜੰਗ ਦੇ ਵਿੱਚ ਮੈਨੂੰ ਜਿੱਤ ਪ੍ਰਾਪਤ ਹੋਈ ਹੈ, ਇਹ ਉਸ ਪਰਮਾਤਮਾ ਦਾ ਦਿੱਤਾ ਹੋਇਆ ਬਲ ਹੈ। ਅਤੇ ਇਹ ਗੱਲ ਵੀ ਨਾਲ ਆਖੀ ਕਿ ਜਿਹੜੀ ਜਿੱਤ ਹੈ ਸਮੁੱਚੇ ਖਾਲਸੇ ਦੀ ਜਿੱਤ ਹੈ, ਕਿਉਂਕਿ ਜਿਹੜਾ ਖਾਲਸਾ ਹੈ ਉਹ ਗੁਰੂ ਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜਿਹੜੀ ਫਤਿਹ ਪ੍ਰਾਪਤ ਹੋਈ ਹੈ, ਜਿਹੜੀ ਜਿੱਤ ਪ੍ਰਾਪਤ ਹੋਈ ਹੈ, ਇਹ ਵੀ ਉਸ ਵਾਹਿਗੁਰੂ ਦੀ ਫਤਿਹ ਹੈ, ਅਤੇ ਫਤਿਹ ਪ੍ਰਾਪਤ ਕਰਨ ਵਾਲਾ ਵੀ ਉਸ ਅਕਾਲ ਪੁਰਖ ਦਾ ਖਾਲਸਾ ਹੈ। ਅਤੇ ਹਜ਼ੂਰ ਅਗਲੀ ਪੰਕਤੀ ਦੇ ਅੰਦਰ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਕਿ ਗਾਵੇ ਕੋ ਦਾਤ ਜਾਣੇ ਨਿਸ਼ਾਨ, ਕੋਈ ਮਨੁੱਖ ਉਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਦਾਤਾਂ ਹਨ, ਉਹਨਾਂ ਨਿਸ਼ਾਨੀਆਂ ਨੂੰ ਯਾਦ ਕਰ ਕਰਕੇ ਉਸ ਪਰਮਾਤਮਾ ਨੂੰ ਚੇਤੇ ਕਰਦਾ, ਉਸ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਦਾ। ਇੱਕ ਛੋਟੀ ਜਿਹੀ ਘਟਨਾ ਦੀ ਸਾਂਝ ਪਾਵਾਂ। ਕਹਿੰਦੇ ਇੱਕ ਬੱਸ ਦੇ ਵਿੱਚ ਕੋਈ ਅਧਿਆਤਮਕਵਾਦੀ ਪੁਰਸ਼ ਸਫ਼ਰ ਕਰ ਰਿਹਾ, ਉਹਦੀ ਨਾਲ ਦੀ ਸੀਟ ਦੇ ਉੱਤੇ ਇੱਕ ਮਾਂ ਆਪਣੇ ਬੱਚੇ ਨੂੰ ਲੈ ਕੇ ਬੈਠਦੀ ਹੈ, ਅਤੇ ਜਿਹੜਾ ਬੱਚਾ ਹੈ ਬੜੇ ਚੰਚਲ ਸੁਭਾਅ ਦਾ ਹੈ। ਜਿਹੜਾ ਮਨੁੱਖ ਹੈ ਅਧਿਆਤਮਕਵਾਦੀ, ਉਹਦੇ ਹੱਥ ਦੇ ਵਿੱਚ ਇੱਕ ਲਿਫਾਫਾ, ਅਤੇ ਉਹ ਲਿਫਾਫੇ ਦੇ ਵਿੱਚੋਂ ਇੱਕ ਸੇਬ ਕੱਢ ਕੇ ਉਸ ਬੱਚੀ ਨੂੰ ਖਾਣ ਵਾਸਤੇ ਦਿੰਦਾ ਹੈ। ਉਹਦੀ ਮਾਂ ਹੈ ਜਿਹੜੀ ਉਹ ਮਨਾ ਕਰਦੀ ਹੈ ਕਿ ਨਹੀਂ, ਇਹਨੂੰ ਸੇਬ ਨਹੀਂ ਦੇਣਾ। ਅਤੇ ਜਿਹੜਾ ਮਨੁੱਖ ਹੈ ਅਧਿਆਤਮਕਵਾਦੀ, ਉਹ ਅੱਗੋਂ ਆਖਦਾ ਵੀ ਕੀ ਗੱਲ ਹੋ ਗਈ ਵੀ ਇਹਨੂੰ ਸੇਬ ਕਿਉਂ ਨਹੀਂ ਦੇਣਾ। ਕਹਿੰਦੇ ਮੈਨੂੰ ਇੰਝ ਲੱਗਦਾ
भी तुसी शायद ये समझते होवोगे भी ये विच किते कुछ पाया ना होवे। कहते समा भी इवें दा ही चलदा है, किसी दे कोलों चीज़ लैके खानी चंगी नहीं। कहते नहीं, कहते मेरा ये मतलब नहीं सी, ये जिहड़ा मेरा बच्चा है ये किसी कोलों चीज़ तो लै लैंदा पर उन्होंने थैंक यू नहीं कहता, उहदा धन्नवाद नहीं करता। कहते उस अध्यात्मकवादी पुरुष के मन के विच ख्याल आया भी गल तो तुरी है, क्यों ना हुण इस गल नूं स्पष्ट कर ही दिता जाए। कहता उस इस्त्री दे नाल गलबात करदा भी तुसीं आखिया है भी ये जिहड़ी कोई चीज़ है उसनूं प्राप्त तो कर लैंदा, कोई दात है जिहड़ी कोई दिंदा है, कोई इनू चीज़ दिंदा है, वो चीज़ लै तो लैंदा ते बदले दे विच उहदा धन्नवाद नहीं करदा। कहंदे असीं अपने अंदर झाती मार के वेखीए भी सानूं भी तो वो परिपूर्ण परमात्मा अकाल पुरख किन्नियां दातां दे रहे है। हाँ हुणे पिछे जे करोना का दौर चले है, असीं रोज़ किन्नी ऑक्सीजन है जिहड़ी उस परमात्मा दे वल्लों जिहड़ी दात के रूप दे विच सानूं प्राप्त हुंदी है, असीं किन्नी ऑक्सीजन रोज़ खर्च करते हैं। तो जदों लोड़ पई कहंदे उसे ऑक्सीजन दे जिहड़े कारोबारी लोग सन उन्होंने सिलेंडर भरा दिते ते एक एक सिलेंडर 10-10 हज़ार का 20-20 हज़ार का वो सिलेंडर विकिया। कहते सानू उस परमात्मा के वलों उही ऑक्सीजन फ्री मिलती है तो कदे असी उस ऑक्सीजन के बदले कदे परमात्मा का धन्नवाद किया, कदे उस परमात्मा का शुकराना किया जिहदे कोलों सानू इन्नियां लोड़ां जिहड़ियां हन, साडीआं वस्तुआं हन जिहड़ियां असीं मंगदे हां उहदे दर तों सानू पूर्ण मिलदियां ने। वो परमात्मा सिर दे उत्ते मेहर भरिया हथ रखदा है, दींदा दे लैंदे थक पाए उते दिंदा आ रहा है। असीं लै के मुकर जाने, लै के खर्च कर करके साडा जिहड़ा मन है वो रजदा नहीं। असीं इन्नियां उस परमात्मा के दर तों चीज़ां मंगदियां ते बदले दे विच कदे उहदा शुकराना नहीं कीता, कदे असीं उस परमात्मा दीयां दित्तियां होईयां दातां दा धन्नवाद नहीं कीता। ते हजूर आखदे ने होर तां होर कहंदे साडे शरीर दे विच जिन्ने अंग हन उस परमात्मा दे वल्लों दिते गए ने। अज साइंस भावें किन्नी क तरक्की कर गई है, किसी का अंग कटिया जाए, बांह कट्टी जाए, नकली बांह ला दी जाती है, पर उवें दा कारज नहीं वो करती जिवें दा उस परमात्मा के वलों जिहड़ा अंग बनाया जाता है वो कारज करता है। उस तरह हजूर आखदे भी उहदी दित्ती हुई दात है। जिन कन कीते अखी नाक, जिन्ने कन कीते जिन्हां दे द्वारा असीं चंगा सुणदे हाँ, साडी सुणन दी जिहड़ी समर्था है, जिन्हें ये अखां दित्तियां हन जिहड़ी इस जगत का वरतारा वेखदियां ने। जिन कन कीते अखी नाक, जिस नक के द्वारा असीं साह लैंदे हाँ, सुगंधियां माणदे हाँ। जिन जिहवा दित्ती बोले तात, इस जीभा दे नाल असीं किन्नियां गल्लां करदे हां, किसी दे नाल विचारां करदे हां, अपने दुख सुख नूं किसी दे नाल साझा करदे हां। सोच के वेखो भी जे किते कन ना हुंदे किदां सुनना सी, जे किते अखां ना हुंदियां किवें दा महसूस करना सी, जे किते पैर सलामत ना हुंदे जां पैर ना हुंदे ते किवें दा सानू महसूस होना सी। उन्हां कोलों पुछ के वेखीए जिन्हां नूं इन्हां चीज़ां दी दात प्राप्त नहीं हुई। किसी अन्ने बंदे नूं उहदियां अखां दी महत्ता दे बारे पुछिए, वो विस्तार दे विच दसेगा भी मैनूं की कमी महसूस हो रही है। किसी बोले बंदे कोलों पुछ के वेखीए भी तैनूं कन्नां दे बगैर किवें दा लगदा है, वो बहुत सुचज्जे ढंग दे नाल विस्तार दे नाल दस सके, क्योंकि साडे कोल जिहड़ी चीज़ है सानूं उहदी महत्ता दा नहीं पता। क्योंकि असीं चीज़ां लैके देंदा दे लैंदे थक पाहे, असीं थक गए, असीं मुकर जाने उहदे कोलों दित्तियां होईयां चीज़ां लैके मुकर जाने भी सानूं जिहड़ी चीज़ की दात प्राप्त हो गई है, बस साडी लोड़ सी जिहड़ी जिन्ना चिर तक सानूं परमात्मा की लोड़ हुंदी है। घर दे विच कोई खुशी का समागम कराउणा ना, जिन्ना चिर तक कारज की संपूर्णता नहीं हुंदी, विआह का कारज होवे घर दे विच असीं परमात्मा के चरण गुरु ग्रंथ साहिब जी का स्वरूप अपने गृह विखे लैके जाने, अखंड पाठ साहिब करवाने। जिन्ना चिर तक लोड़ है गुरु के अगे नक भी रगड़ते हैं, पर जदों कारज संपूर्ण हो जाते उस तो बाद चेता ही नहीं आता भी इस गुरु नूं मचोला पा के मैं इस गुरु के सन्मुख खड़े होकर अरदास बेनती की सी ते कारज सफला हुए ने। ते उस तो बाद मैं अज गुरु के चरणों के विच कदे परत के नहीं आया। सो सतगुरु जी समझाउण दा यतन करदे ने कि उहदियां दित्तियां होईयां दातां नूं जिहड़े गुरमुख जन हन उहदियां निशानियां समझ के
ਗਾਵੇ ਕੋ ਦਾਤ ਦੀਆਂ ਦਾਤਾਂ ਨੂੰ ਬਖਸ਼ਿਸ਼ ਦਾ ਜਿਹੜਾ ਨਿਸ਼ਾਨ ਹੈ ਉਸ ਨੂੰ ਸਮਝ ਕੇ ਗਾਉਂਦੇ ਹਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਇੱਥੇ ਚਾਰ ਦੇ ਰਾਰੇ ਨੂੰ ਸਿਹਾਰੀ ਨਹੀਂ ਹੈ, ਚੱਚੇ ਨੂੰ ਕੰਨਾ ਰਾਰਾ ਚਾਰ ਹੈ ਅਤੇ ਇਹਦਾ ਅਰਥ ਹੈ ਸੁੰਦਰ। ਜੇ ਇਹਦੇ ਰਾਰੇ ਨੂੰ ਸਿਹਾਰੀ ਆਈ ਹੋਵੇਗੀ ਤਾਂ ਇਹਦੇ ਅਰਥ ਗਿਣਤੀ ਵਾਲੇ ਚਾਰ ਬਣਦੇ ਨੇ। ਅਤੇ ਗੁਰਬਾਣੀ ਦੇ ਵਿੱਚ ਗੁਰਬਾਣੀ ਵਿਆਕਰਨ ਬਹੁਤ ਲੱਗਦੀ ਹੈ, ਇਸ ਨੂੰ ਸਮਝਣ ਦਾ ਯਤਨ ਕਰੀਏ। ਜਦੋਂ ਵੀ ਕਿਤੇ ਇੱਕ ਵਚਨ ਪੁਲਿੰਗ ਦੇ ਨਾਲ ਸਿਹਾਰੀ ਆਉਂਦੀ ਹੈ ਅਤੇ ਉਹਦੇ ਚਾਰ ਅਰਥ ਹੁੰਦੇ ਹਨ, ਨੇ, ਨਾਲ, ਤੋਂ, ਵਿੱਚ। ਜਦੋਂ ਕਿਤੇ ਸਿਹਾਰੀ ਆਵੇਗੀ ਅਤੇ ਉਦੋਂ ਇਹਦੇ ਚਾਰ ਅਰਥ ਹਨ ਜਿਹੜੇ ਗੁਰਬਾਣੀ ਵਿਆਕਰਨ ਦੇ ਅਨੁਸਾਰ ਨਿਕਲਣਗੇ। ਅਤੇ ਇੱਥੇ ਚਾਰ ਦਾ ਰਾਰਾ ਹੈ ਜਿਹੜਾ ਉਹ ਮੁਕਤ ਹੈ ਅਤੇ ਇੱਥੇ ਚਾਰ ਦਾ ਅਰਥ ਹੈ ਸੁੰਦਰ। ਗਾਵੇ ਕੋ ਕੋਈ ਗਾਉਂਦਾ ਹੈ ਉਸ ਪਰਮਾਤਮਾ ਦੇ ਗੁਣ, ਉਹਦੀਆਂ ਵਡਿਆਈਆਂ ਨੂੰ ਸੁੰਦਰ ਜਾਣ ਕੇ ਉਹਦੀਆਂ ਵਡਿਆਈਆਂ ਨੂੰ ਗਾਉਂਦਾ, ਉਹਦੇ ਗੁਣਾਂ ਨੂੰ ਗਾਉਣਾ ਕਰਦਾ, ਉਹਦੇ ਗੁਣਾਂ ਦੀ ਵਿਚਾਰ ਕਰਦਾ। ਪਰ ਕੀ ਅਸੀਂ ਸਮਝੀਏ ਵੀ ਉਸ ਪਰਮਾਤਮਾ ਦੀ ਅਸੀਂ ਆਪਣੇ ਉੱਤੇ ਕੋਈ ਕਿਤਾਬ ਲਿਖਣੀ ਹੋਵੇ ਨਾ, ਅਤੇ ਅਸੀਂ ਕਿੰਨੇ ਕੁ ਸਫ਼ਿਆਂ ਦੀ ਜਿਹੜੀ ਬੁੱਕ ਹੈ ਉਹ ਬਣਾ ਸਕਦੇ ਹਾਂ। 100 ਸਫ਼ੇ ਦੀ ਬੁੱਕ ਆਪਣੇ ਉੱਤੇ ਲਿਖ ਲਵਾਂਗੇ। 70 ਸਾਲ ਦੀ ਉਮਰ ਤੱਕ ਦਾ ਜਿਹੜਾ ਐਕਸਪੀਰੀਅੰਸ ਹੈ, 100 ਸਾਲ ਦੀ ਉਮਰ ਤੱਕ ਦਾ ਜਿਹੜਾ ਐਕਸਪੀਰੀਅੰਸ ਹੈ, ਅਸੀਂ ਉਸ ਬੁੱਕ ਦੇ ਵਿੱਚ ਉਤਾਰ ਦੇਵਾਂਗੇ। ਪਰ 100 ਸਾਲ ਦੇ ਬਾਅਦ ਮਨੁੱਖ ਮਰ ਜਾਂਦਾ ਅਤੇ ਉਸ ਤੋਂ ਬਾਅਦ ਉਹਦੀ ਜਿਹੜੀ ਵਿਚਾਰ ਹੈ ਸਿਰਫ 100 ਕੁ ਸਾਲ ਤੱਕ ਦੀ ਜਿਹੜੀ ਬੁੱਕ ਹੈ ਉਹ ਵਿਚਾਰ ਹੈ ਜਿਹੜੀ ਉਹਦੇ ਵਿੱਚ ਲਿਖੀ ਗਈ। ਪਰ ਉਹ ਅਕਾਲ ਪੁਰਖ ਪਰਮਾਤਮਾ ਅਤੇ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਉਹ ਤਾਂ ਜਦੋਂ ਬ੍ਰਹਿਮੰਡ ਦੀ ਉਤਪੱਤੀ ਨਹੀਂ ਹੋਈ ਉਦੋਂ ਵੀ ਸੀ, ਅਤੇ ਜਦੋਂ ਇਸ ਬ੍ਰਹਿਮੰਡ ਨੇ ਰਹਿਣਾ ਨਹੀਂ ਉਦੋਂ ਵੀ ਉਹਦਾ ਨਾਮਣਾ ਰਹਿਣਾ ਹੈ। ਕਿ ਉਹਦੇ ਗੁਣਾਂ ਨੂੰ ਅਸੀਂ ਕਿਵੇਂ ਗਾ ਸਕਦੇ ਹਾਂ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਦੀਆਂ ਵਡਿਆਈਆਂ ਹੀ ਇੰਨੀਆਂ ਕੁ ਨੇ ਕਿ ਉਹਦੀਆਂ ਸੁੰਦਰ ਵਡਿਆਈਆਂ ਨੂੰ ਸ਼ਬਦਾਂ ਦੇ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ। ਜਾਂ ਇੰਝ ਕਹਿ ਲਈਏ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਹੁਣ ਕਿਸੇ ਗੂੰਗੇ ਮਨੁੱਖ ਨੇ ਗੁੜ ਖਾਧਾ ਹੋਵੇ ਅਤੇ ਅਸੀਂ ਉਹਦੇ ਕੋਲੋਂ ਪੁੱਛੀਏ ਵੀ ਦੱਸ ਤੈਨੂੰ ਕਿਵੇਂ ਦਾ ਸਵਾਦ ਆਇਆ। ਹੁਣ ਗੂੰਗਾ ਬੰਦਾ ਹੈ ਜਿਹੜਾ ਉਹ ਬੋਲ ਕੇ ਮਿਠਾਸ ਦੇ ਬਾਰੇ ਤਾਂ ਦੱਸ ਨਹੀਂ ਸਕਦਾ, ਸਿਰਫ ਉਹ ਮਹਿਸੂਸ ਕਰ ਸਕਦਾ ਵੀ ਇਸ ਨੂੰ ਖਾਣ ਦੇ ਨਾਲ ਮੈਨੂੰ ਕਿੰਨਾ ਕੁ ਆਨੰਦ ਪ੍ਰਾਪਤ ਹੋਇਆ। ਉਸੇ ਤਰ੍ਹਾਂ ਹਜ਼ੂਰ ਆਖਦੇ ਨੇ ਕਿ ਜਿਹੜੀ ਪਰਮਾਤਮਾ ਦੀਆਂ ਵਡਿਆਈਆਂ ਹਨ ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ, ਉਹਦੀਆਂ ਵਡਿਆਈਆਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਜਿਹੜੇ ਮਨੁੱਖ ਹਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਉਹਦੀਆਂ ਜਿਹੜੀਆਂ ਵਡਿਆਈਆਂ ਹਨ ਸੁੰਦਰ ਵਡਿਆਈਆਂ ਹਨ, ਉਹਦੇ ਗੁਣਾਂ ਨੂੰ ਗਾਉਣ ਦਾ ਯਤਨ ਕਰਦੇ ਹਨ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਹਜ਼ੂਰ ਆਖਦੇ ਕਈ ਮਨੁੱਖ ਉਹਦੀ ਵਿਦਿਆ ਹੈ ਜਿਹੜੀ ਉਹਦੇ ਔਖੇ ਵਿਚਾਰ ਨੂੰ ਗਾਉਂਦੇ ਹਨ, ਅਤੇ ਕਈ ਜਨ ਇਹੋ ਜਿਹੇ ਵੀ ਹਨ ਜਿਨ੍ਹਾਂ ਨੂੰ ਵਿਦਿਆ ਦਾ ਹੰਕਾਰ ਬੜਾ ਹੋ ਜਾਂਦਾ। ਕੋਈ ਚਾਰ ਕਿਤਾਬਾਂ ਪੜ੍ਹ ਲਵੇ ਅਤੇ ਆਪਣੇ ਆਪ ਨੂੰ ਵਿਦਵਾਨ ਸਮਝਣਾ ਸ਼ੁਰੂ ਕਰ ਦਿੰਦਾ, ਜਾਂ ਇੰਝ ਕਹਿ ਲਓ ਵੀ ਉਹਦੇ ਮਨ ਦੇ ਅੰਦਰ ਪੜ੍ਹੀਆਂ ਹੋਈਆਂ ਕਿਤਾਬਾਂ ਦਾ ਇੰਨਾ ਕੁ ਹੰਕਾਰ ਮਨ ਦੇ ਵਿੱਚ ਆ ਜਾਂਦਾ ਵੀ ਕੋਈ ਉਹਦੇ ਕੋਲੋਂ ਸਿੱਖਣ ਜਾਵੇ ਅਤੇ ਉਹ ਆਪਣਾ ਹੰਕਾਰ ਆਪਣੀ ਵਿਦਵਤਾ ਉਹਦੇ ਉੱਤੇ ਝਾੜਨਾ ਸ਼ੁਰੂ ਕਰ ਦਿੰਦਾ। ਇਹੋ ਜਿਹੇ ਵੀ ਲੋਕ ਸੰਸਾਰ ਦੇ ਵਿੱਚ ਪਾਏ ਗਏ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਬ੍ਰਹਮਦਾਸ ਨਾਂ ਦਾ ਜਿਹੜਾ ਉਸ ਸਮੇਂ ਦਾ ਪੰਡਿਤ ਸੀ ਉਹ ਆਇਆ। ਉਹਨੇ ਆਖਿਆ ਵੀ ਤੁਸੀਂ ਮੇਰੇ ਨਾਲ ਵਿਚਾਰ ਵਟਾਂਦਰਾ ਕਰੋ, ਜੇ ਤੇ ਤੁਸੀਂ ਹਾਰ ਗਏ ਅਤੇ ਤੁਸੀਂ ਮੈਨੂੰ ਆਪਣੀਆਂ ਜਿਹੜੀਆਂ ਕਿਤਾਬਾਂ ਹਨ, ਤੁਹਾਡਾ ਜਿਹੜਾ ਗ੍ਰੰਥ ਹੈ ਉਹ ਮੈਨੂੰ ਦੇਣਾ ਪਵੇਗਾ, ਨਹੀਂ ਤਾਂ ਜਿੰਨੀਆਂ ਮੇਰੇ ਕੋਲ ਕਿਤਾਬਾਂ ਹਨ ਜੇ ਮੈਂ ਹਾਰ ਗਿਆ ਮੈਂ ਸਾਰੀਆਂ ਕਿਤਾਬਾਂ ਤੁਹਾਨੂੰ ਦੇ ਜਾਵਾਂਗਾ। ਉਹ ਆਪਣੇ ਨਾਲ ਕਹਿੰਦੇ ਊਠ ਦੇ ਉੱਤੇ ਕਿਤਾਬਾਂ ਲੱਦ ਕੇ ਚੱਲਦਾ ਹੁੰਦਾ ਸੀ ਅਤੇ ਇਸੇ ਤਰ੍ਹਾਂ ਗੋਸ਼ਟੀਆਂ ਕਰਦਾ ਰਹਿੰਦਾ ਸੀ, ਜਿਸ ਦੇ ਨਾਲ ਉਹਨੇ ਗੋਸ਼ਟੀ ਕਰਨੀ, ਉਹਨੇ ਹਾਰ ਜਾਣਾ ਅਤੇ ਉਹਦੇ ਗ੍ਰੰਥ ਉਹਨੇ ਆਪਣੇ ਕੋਲ ਰੱਖ ਲੈਣੇ। ਇਸ ਤਰ੍ਹਾਂ ਕਹਿੰਦੇ ਉਹਨੇ ਊਠ ਲੱਦੇ ਹੋਏ ਸਨ, ਇੰਨੀਆਂ ਕਿਤਾਬਾਂ ਉਹਨੇ ਇਕੱਠੀਆਂ ਕੀਤੀਆਂ ਹੋਈਆਂ ਸਨ। ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਹਨੂੰ ਸਮਝਾਉਣ ਦਾ ਯਤਨ ਕੀਤਾ ਵੀ ਇਕੱਲੀ ਵਿਦਵਤਾ ਜਾਂ ਕਿਤਾਬੀ ਗਿਆਨ ਦੇ ਨਾਲ ਬ੍ਰਹਮ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨੂੰ ਸਮਝਣਾ ਆਉਣਾ ਚਾਹੀਦਾ ਹੈ। ਨਹੀਂ ਤਾਂ ਇਵੇਂ ਹੈ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਪਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਹ। ਕਹਿੰਦੇ ਬਸ ਲੇਖੇ ਦੇ ਵਿੱਚ ਇੱਕ ਉਸ ਪਰਮਾਤਮਾ ਦੀ ਗੱਲ ਹੈ, ਨਹੀਂ ਤਾਂ ਜੇ ਉਸ ਨੂੰ ਨਹੀਂ ਸਮਝਿਆ ਤਾਂ ਸਭ ਕੁਝ ਪੜ੍ਹਿਆ ਹੋਇਆ ਇੱਕ ਹਉਮੈ ਹੀ ਹੈ।
तो हजूर समझाने का यतन करते हैं, जे विद्या की प्राप्ति हुई है, कोई ज्ञानवान पुरुष बने है तो उन्होंने विद्या विचारी तां परोपकारी। कहते जे विद्या का विचार किया है, उन्हें इस विद्या को सीखिया है तो अगे किसी को सिखाने के उन्हें यतन किया तो कहते वो वर्गा पुण्य नहीं। इस करके ये विद्या एक पर उपकार है। जो किसी को विद्या सिखाई जाती है, ਉਹਦਾ एक परोपकार उस मनुख को प्राप्त होंदा है भी उसने किसी विद्या विचारी तां परोपकारी नहीं, तो अपने कोल रख के ये जिहड़ा भंडार है ये दिनों दिन छोटा होंदा जांदा है। जिन्ना चिर तक विद्या वंडदे रहांगे ये जिहड़ा भंडारा है ये वधदा जावेगा, इहदा जिहड़ा विस्तार है वो हुंदा जावेगा। भाई गुरदास जी समझाउण दा यतन करदे ने अपनी रचना दे नाल, कहंदे विद्या का दान किन्ना क महत्वपूर्ण है। वो आखदी कहते पंच बार गंग जाए बाहर पंच पराग नाए, तैसा पुन एक गुर सिख पुन वाएगा। कहते जिमें किसी ने 5 वारी गंगा ते इशनान किया होवे, 5 वारी पराग ते जाके उन्हें इशनान किया होवे, एवें दा पुन कहती जे किते उन्हें एक गुर सिख नूं उसनूं इशनान करा दिता, उन्होंने 5 तीर्थां दे ते 10 तीर्थां दे उन्होंने जिहड़ा महात्म है, जिहड़ा 10 तीर्थां दे इशनानां दा एक गुर सिख नूं निभाउण दे नाल प्राप्त हो जांदा है। दूसरी पंक्ति दे विच समझाउण दा यतन करदे ने कि सिख को खिलाए सिख को पिलाए पानी, भाव कर कुर खेत, अश्वमेध जग फल सिख को जिवाएगा। कहते अश्वमेध जग जिहड़ा हुंदा है ये जिहड़े पंडित लोग हैं उन्हां दे वल्लों एक अश्वमेध जग किया जाता है। कहते जिवें किसी प्यासे सिख नूं उन्हें पानी का एक घुट पिया दिता, कहते उहदा महात्म एक अश्वमेध जग जिहड़ा कीता होया है उहदे बराबर प्राप्त हुंदा है। जैसे 7 मंदिर कंचन के उसार दीने, जिवें 7 घर 7 मंदिर सोने दे बना के उन्होंने दान कर दिता जाए, कहते इहो जिहा पुन जैसे 7 मंदिर कंचन के उसार दीने, ऐसा पुन सिख को एक शब्द सिखाएगा। एवें दा पुन है जिहड़ा कहते एक सिख नूं एक शब्द सिखा दिता जाए तो दूसरे पासे 7 मंदिर सोने दे बना के दान कर दिते जावन, इन्ना वड्डा महात्मा कहते वो प्राप्त होंदा है। इस करके हजूर समझाउण दा यतन करदे ने, गावे को विद्या विखम विचार कोई उस परमात्मा के औखे विचार नूं गाउण दा यतन करदा है। तो हजूर आखदे कि विद्या नूं विचारन दे नाल ही विद्या दे विच वाधा हुंदा है, अपने कोल रखण दे नाल इहदे विच घाटा ही पैंदा है। सो सतगुरु जी अगली पंक्ति के अंदर सानू समझाउण दा यतन करदे ने कि गावे को साज करे तन खे, कि कोई गाउंदा है साज करे शरीर के वो परमात्मा है जिहड़ा वो शरीरां नूं साजदा है, शरीरां दी उत्पत्ति करदा है, तन जिहड़े तन हन खे उन्हां नूं खे कर दिंदा है। पहला शरीरां नूं उत्पत्ति करदा है, शरीरां नूं बनाउंदा है ते उस तो बाद उन्हां नूं खत्म कर दिंदा है। कोई इस विचार नूं उस परमात्मा के विचार नूं गाउण दा यतन करदा है, पर हजूर आखदे ने कि मारे दाखे एको आप मानुख कह किश नाही हाथ, क्योंकि सारी सृष्टि उस परमात्मा की है, जिसनों चाहे वो बचा सकते तो जिसनों चाहे वो मार सकते, ये उस परमात्मा की मर्जी है। तो जिहे जिहा लेखा असीं अपने लेखा दे विच लिखा के जदों इस धरती ते आए हम मरण लिखाए मंडल में आए, इस संसार दे विच आउण तो पहला जिहड़े मरण वाला दिन सी ना वो साडे लेखा दे विच लिख दिता जांदा है। जदों साडा जन्म नहीं हुंदा, पर जन्म होने तो पहला जिहड़ा मरण वाला दिन है वो पहला निश्चित कर दिता जाता है कि फलाने दिन फलाने समय इस प्राणी ने संसार नूं अलविदा कह जाना है। कहते ये वाला जिहड़ा दिन है पहला ही मुकर्रर कर दिता जाता है। तो जिहड़े गुरमुख जन हैं वो उस परमात्मा की इस वडियाई नूं भी वो परमात्मा शरीरां नूं साजदा है, तो साजण तो बाद उन्होंने खेह दे विच मिला दिंदा है, मिट्टी दे विच मिला दिंदा है, भाव उन्होंने मार भी दिंदा है। वो कोई इस वडियाई नूं वेख के गाउण दा यतन करदे ने। हजूर आखदे ने गावे को जी लै फिर दे, कोई गाउंदा है कि परमात्मा शरीरां दे विचों जी जिहड़े जिंद है उन्होंने कढ लैंदा है ते दुबारे वो नवे शरीरां दे विच पा दिंदा है, नवे शरीरां की उत्पत्ति कर दिंदा है। कोई इस विचार नूं वेख के परमात्मा की इस गुण नूं वेख के उहदी जिहड़ी वडियाई है वो कर रहा है कि परमात्मा है जिहड़ा वो तन है जिहड़ा वो तो खत्म हो जाता है, पर जिहड़ा इहदे विच भौरा है जिहड़ा जी है
उस जी नूं कढ के वो नਵੇਂ ਜੀਆਂ ਸਰੀਰਾਂ ਦੇ ਵਿੱਚ ਪਾ ਦਿੰਦਾ ਹੈ। ਜਿਵੇਂ ਅਸੀਂ ਸਮਝਣ ਦਾ ਯਤਨ ਕਰੀਏ ਕਿ ਕਈ ਜਨਮ ਪਏ ਕੀਟ ਪਤੰਗਾ, ਪਹਿਲਾਂ ਕਈ ਜਨਮ ਕੀਟ ਪਤੰਗੇ ਬਣੇ ਰਹੇ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਮੱਛੀ ਬਣਿਆ ਰਿਹਾ ਮਨੁੱਖ, ਇਹੋ ਜਿਹੇ ਜਿਹੜੇ ਪਾਣੀ ਦੇ ਵਿੱਚ ਰਹਿਣ ਵਾਲੇ ਜੀਵ ਹਨ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਫਿਰ ਕਹਿੰਦੇ ਮਨ ਦੇ ਵਿੱਚ ਖਿਆਲ ਆਇਆ ਕਿ ਹੁਣ ਇਸ ਨੇ ਪਰਮਾਤਮਾ ਦੇ ਨਾਲ, ਮਨੁੱਖ ਨੇ ਸੋਚਿਆ ਵੀ ਹੁਣ ਮੈਂ ਪਰਮਾਤਮਾ ਨੂੰ ਮਿਲਣਾ ਹੈ। ਮਨ ਦੇ ਵਿੱਚ ਖਿਆਲ ਆਇਆ ਤੇ ਪਰਮਾਤਮਾ ਦੇ ਨਾਲ ਜਦੋਂ ਮਿਲਣ ਦੀ ਗੱਲ ਕੀਤੀ, ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਹਿਰੀ ਸੰਜਰੀਆ। ਫਿਰ ਕਹਿੰਦੇ ਇਹਨੂੰ ਮਨੁੱਖਾ ਜਿਹੜਾ ਸਰੂਪ ਸੀ ਉਹ ਧਾਰਨ ਕਰ ਦਿੱਤਾ, ਵੀ ਇਹਨੂੰ ਮਨੁੱਖਾ ਜੂਨੀ ਦੇ ਵਿੱਚ ਭੇਜ ਦਿੱਤਾ ਗਿਆ, ਕਿਉਂਕਿ ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ। ਘੱਟ ਪੀਤਰ ਤੂੰ ਦੇਖ ਵਿਚਾਰ, ਸਿਰਫ ਤੇਰੇ ਕੋਲ ਇੱਕ ਮਨੁੱਖਾ ਜੀਵਨ ਹੀ ਹੈ, ਜਿਹਦੇ ਵਿੱਚ ਰਹਿੰਦਿਆਂ ਹੋਇਆਂ ਭਈ ਪ੍ਰਾਪਤ ਮਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹਦੇ ਵਿੱਚ ਰਹਿ ਕੇ ਤੂੰ ਪਰਮਾਤਮਾ ਦੇ ਨਾਲ ਮਿਲ ਸਕਦਾ, ਪਰਮਾਤਮਾ ਦੇ ਨਾਲ ਇੱਕ ਮਿੱਤਰਤਾ ਦੀ ਸਾਂਝ ਪਾ ਸਕਦਾ, ਅਤੇ ਇਹਦੇ ਵਾਸਤੇ ਤੈਨੂੰ ਪਰਮਾਤਮਾ ਨੇ ਇਹ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੈ, ਤੈਨੂੰ ਇਹ ਮਨੁੱਖਾ ਦੇਹੀ ਦੀ ਦਾਤ ਬਖਸ਼ੀ ਹੈ। ਅਤੇ ਇਸ ਦਾਤ ਨੂੰ ਤੂੰ ਉਸ ਪਰਮਾਤਮਾ ਦਾ ਨਿਸ਼ਾਨ ਸਮਝ ਕੇ ਗਾਉਣ ਦਾ ਯਤਨ ਕਰ। ਅਤੇ ਦੂਸਰੇ ਪਾਸੇ ਮਨੁੱਖ ਇਹ ਸਮਝ ਲੈਂਦਾ ਹੈ ਕਿ ਗਾਵੇ ਕੋ ਜੀ ਲੈ ਫਿਰਦੇ ਪਰਮਾਤਮਾ ਸਰੀਰਾਂ ਦੇ ਵਿੱਚੋਂ ਜਿੰਦ ਕੱਢ ਲੈਂਦਾ ਅਤੇ ਨਵੇਂ ਸਰੀਰਾਂ ਦੇ ਵਿੱਚ ਪਾ ਦਿੰਦਾ। ਅਤੇ ਜਿਹੜਾ ਭੁੱਲੜ ਮਨੁੱਖ ਹੈ ਨਾ, ਕਈ ਵਾਰੀ ਉਹ ਗੁਰੂ ਦੇ ਅੱਗੇ ਖੜ੍ਹਾ ਹੋ ਕੇ ਉਹਨੂੰ ਸਵਾਲ ਕਰਦਾ, ਜਿਵੇਂ ਪਾਵਨ ਬਾਣੀ ਦੇ ਅੰਦਰ ਇੱਕ ਪੰਕਤੀ ਆਉਂਦੀ ਹੈ, ਉਹਦੇ ਅੰਦਰ ਸਮਝਾਉਣ ਦਾ ਹਜ਼ੂਰ ਯਤਨ ਕਰਦੇ ਨੇ। ਕਹਿੰਦੇ ਇੱਕ ਪਤਨੀ ਹੈ, ਉਹ ਆਪਣੇ ਪਤੀ ਦੇ ਨਾਲ ਗੱਲਬਾਤ ਕਰ ਰਹੀ ਹੈ, ਉਹਨੂੰ ਆਖਦੀ ਹੈ ਵੀ ਜੇ ਮੈਂ ਤੁਹਾਡੇ ਨਾਲ ਵਿਆਹ ਕੇ ਆਈ ਹਾਂ, ਮੈਂ ਤੁਹਾਡੇ ਨਾਲ ਜ਼ਿੰਦਗੀ ਬਸਰ ਕਰਨਾ ਚਾਹੁੰਦੀ ਹਾਂ, ਤੁਸੀਂ ਮੇਰੇ ਨਾਲ ਵਚਨ ਕਰੋ ਵੀ ਕਦੇ ਤੁਸੀਂ ਮੈਨੂੰ ਛੱਡ ਕੇ ਤੇ ਨਹੀਂ ਜਾਓਗੇ, ਕਦੇ ਮੈਨੂੰ ਇਸ ਸੰਸਾਰ ਦੇ ਵਿੱਚ ਇਕੱਲੀ ਨੂੰ ਤੇ ਛੱਡ ਕੇ ਨਹੀਂ ਚਲੇ ਜਾਓਗੇ। ਕਹਿੰਦੇ ਅੱਗੋਂ ਜਿਹੜਾ ਉਹਦਾ ਪਤੀ ਹੈ ਉਹ ਵੀ ਜਵਾਬ ਦਿੰਦੇ, ਪਾਵਨ ਬਾਣੀ ਦੇ ਅੰਦਰ ਫਰਮਾਨ ਆਉਂਦਾ, ਧਨ ਕਹੈ ਤੂੰ ਵਸ ਮੈਂ ਨਾਲੇ ਪ੍ਰੇ ਸੁਖਵਾਸੀ ਬਾਲ ਗੋਪਾਲੇ, ਤੁਝੇ ਬਿਨਾ ਹੂੰ ਕਿਤੇ ਹੀ ਨਾ ਲਿਖੈ ਵਚਨ ਦੇ ਛੋੜ ਨਾ ਜਾਸਾ ਹੀ। ਮੈਨੂੰ ਇਸ ਗੱਲ ਦਾ ਵਚਨ ਦੇ, ਵਾਅਦਾ ਕਰ ਵੀ ਕਿਤੇ ਮੈਨੂੰ ਇਸ ਸੰਸਾਰ ਦੇ ਵਿੱਚ ਇਕੱਲੀ ਨੂੰ ਛੱਡ ਕਿਤੇ ਨਹੀਂ ਜਾਵੇਂਗਾ। ਕਹਿੰਦੇ ਅੱਗੋਂ ਜਿਹੜਾ ਉਹ ਪਤੀ ਹੈ, ਪਿਰ ਹੈ, ਉਹ ਅੱਗੋਂ ਜਵਾਬ ਦਿੰਦਾ, ਪਿਰ ਕਹਿਆ ਹਉ ਹੁਕਮੀ ਬੰਦਾ, ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ। ਕਹਿੰਦੇ ਮੈਂ ਤੇ ਉਹਦੇ ਹੁਕਮ ਦੇ ਵਿੱਚ ਬੱਝਾ ਹੋਇਆ ਇੱਕ ਬੰਦਾ ਹਾਂ। ਉਹ ਭਾਰੋ ਠਾਕੁਰ, ਉਹ ਜਿਹੜਾ ਮੇਰਾ ਗੁਰੂ ਹੈ ਨਾ, ਬੜਾ ਭਾਰਾ ਹੈ, ਬੜਾ ਮਹਾਨ ਹੈ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਹਦੇ ਵਿੱਚ ਕੋਈ ਕਮੀ ਨਹੀਂ, ਜਿਹਦੇ ਉੱਤੇ ਕੋਈ ਕਟੰਖਣ ਨਹੀਂ ਕੀਤਾ ਜਾ ਸਕਦਾ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਜਿਵੇਂ ਉਹਨੇ ਹੁਕਮ ਕੀਤਾ ਮੈਨੂੰ ਇਸ ਸੰਸਾਰ ਦੇ ਵਿੱਚੋਂ ਜਾਣਾ ਪੈਣਾ, ਇਸ ਕਰਕੇ ਮੈਂ ਉਹਦੇ ਹੁਕਮ ਦੇ ਵਿੱਚ ਬੱਝਾ ਹੋਇਆ ਹਾਂ। ਜਿਵੇਂ ਉਸਨੇ ਹੁਕਮ ਕਰਨਾ ਮੈਨੂੰ ਇਸ ਸੰਸਾਰ ਨੂੰ ਅਲਵਿਦਾ ਕਹਿਣਾ ਹੀ ਪੈਣਾ ਹੈ। ਸੋ ਸਤਿਗੁਰੂ ਜੀ ਇਸ ਪੰਕਤੀ ਦੇ ਦੁਆਰਾ ਸਾਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ ਕਿ ਮਨੁੱਖ ਜਿੰਨੀਆਂ ਵੀ ਦਾਤਾਂ ਹਨ ਉਹਨਾਂ ਨੂੰ ਲੈ ਕੇ ਉਹਦੀਆਂ ਵਡਿਆਈਆਂ ਦੇ ਗੁਣਾਂ ਨੂੰ ਗਾਉਣ ਦਾ ਯਤਨ ਕਰਦਾ। ਅਤੇ ਅਖੀਰਲੀਆਂ ਪੰਕਤੀਆਂ ਦੇ ਅੰਦਰ ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਗਾਵੇ ਕੋ ਜਾਪੈ ਦਿਸ਼ੇ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਿ ਕੋਈ ਮਨੁੱਖ ਜਿਹੜਾ ਉਸ ਪਰਮਾਤਮਾ ਨੂੰ ਵੇਖਦਾ, ਉਹਦੀ ਦੀਦਾਰੀ ਕਰਨਾ ਚਾਹੁੰਦਾ ਅਤੇ ਇੰਝ ਸਮਝਦਾ ਵੀ ਉਹਦੇ ਨਾਲ ਮਿਲਣਾ ਤਾਂ ਬਹੁਤ ਔਖਾ ਹੈ, ਕਿਉਂਕਿ ਰਸਤੇ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿਹੜਾ ਦਰਿਆ ਵਗਦਾ ਨਾ, ਇਸ ਨੂੰ ਪਾਰ ਕਰਨਾ ਮੇਰੇ ਵਾਸਤੇ ਬੜਾ ਔਖਾ ਹੈ। ਗਾਵੇ ਕੋ ਜਾਪੇ ਦਿਸੇ ਦੂਰ, ਉਹਨੂੰ ਬੜਾ ਦੂਰ ਜਾਪਦਾ ਵੀ ਇਹ ਪੰਜ ਜਿਹੜੇ ਵਿਕਾਰ ਰਸਤੇ ਦੇ ਵਿੱਚ ਬੈਠੇ ਨੇ, ਏਡਾ ਵੱਡਾ ਸਮੁੰਦਰ ਹੈ, ਇਸ ਸਮੁੰਦਰ ਨੂੰ ਲੰਘ ਕੇ ਜਾਣਾ ਮੇਰੇ ਵਾਸਤੇ ਬੜਾ ਔਖਾ ਹੈ। ਪਰ ਫਿਰ ਵੀ ਉਸ ਪਰਮਾਤਮਾ ਦੀ ਵਿਚਾਰ ਨੂੰ ਗਾਉਣ ਦਾ ਯਤਨ ਕਰਦਾ। ਅਤੇ ਦੂਸਰੇ ਪਾਸੇ ਹਜ਼ੂਰ ਆਖਦੇ ਨੇ ਕਿ ਗਾਵੇ ਕੋ ਵਿਖੇ ਹਾਦਰਾ ਹਦੂਰ, ਕੋਈ ਆਖਦਾ ਵੀ ਪਰਮਾਤਮਾ ਤੇ ਬੜਾ ਨੇੜੇ ਹੈ, ਉਹ ਤਾਂ ਬਿਲਕੁਲ ਸਾਹਮਣੇ ਹੈ, ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਦੇ ਗੁਣਾਂ ਦੀ ਜਿਹੜੀ ਵਿਚਾਰ ਕਰਨੀ ਲੋਚਦਾ। ਹਜ਼ੂਰ ਆਖਦੇ ਭਗਤ ਕਬੀਰ ਜੀ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਹਨੂੰ ਉਹ ਪਰਮਾਤਮਾ ਦੂਰ ਲੱਗਦਾ ਹੈ, ਹਜ਼ੂਰ ਆਖਦੇ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਕਹਿੰਦੇ ਜਿਸ ਮਾਰਗ ਦੇ ਉੱਤੇ ਪੰਡਿਤ ਜਨ ਗਏ ਨਾ, ਗੁਰਮੁਖ ਜਨ ਗਏ, ਉਹਨਾਂ ਦੇ ਪਿੱਛੇ ਬਹੁਤ ਹੀ ਭੀੜ ਲੱਗੀ। ਜਿਹ ਮਾਰਗ ਪੰਡਿਤ ਗਏ, ਪੰਡਿਤ ਜਿਹੜੇ ਵਿਦਵਾਨ ਮਨੁੱਖ ਸਨ, ਜਿਨ੍ਹਾਂ ਕੋਲ ਗਿਆਨ ਸੀ, ਸਿਰਫ ਗਿਆਨ ਦੀਆਂ ਪੰਡਾਂ ਚੁੱਕੀਆਂ ਹੋਈਆਂ ਸੀ, ਉਹਨਾਂ ਦੇ ਪਿੱਛੇ ਭੀੜ ਲੱਗੀ ਹੋਈ ਸੀ।
पर जिन्हां ने उस परमात्मा नूं मिलण दा यतन कीता, हजूर आखदे उन्हां ने सिर्फ इस गल नूं समझण दा यतन कीता कि परमात्मा ते बहुत नेड़े है, तो एक हत्थ दे नाल दूसरे हत्थ दे नाल परमात्मा दे दीदारे कर लैंदे ने। जिहड़े गुरमुख जन हन, भंभीरी के पात पर दो, कहते जिमें एक भंभीरी तितली का खंभ होंदा ना जिन्ना क चौड़ा, कहते इन्ना क सिर्फ फर्क है मेरे ते परमात्मा दे विच जिहड़ी विथ बनी हुई है, विच हौमे भीत करारी, जिहड़ी हौमे की भीत है ना करारी बनी हुई, बहुत करड़ी भीत बनी हुई है सिर्फ हौमे की। भंभीरी के पात पर दो बिन पेखै दुरायो, जिन्ना चिर तक समझ नहीं आती, सिर्फ इंज लगता है भी परमात्मा ते बड़ा दूर वसदा है। बिन पेखे दुरायो, बिना वेखिया बड़ी दूर जापदे। जदों समझ आ गई भी परमात्मा दी ते मेरे विच सिर्फ एक भंभीरी जिन्ना खंभ जिन्ना उहदे परदा है, उस वेले फिर मनुख दी अखां दे उत्तों जिहड़ा धुंध दा जाला है, जिहड़ा अज्ञानता दा जाला है, वो दूर हो जाता है। ते वो इस गल नूं समझण लग जांदे जिन्हां नूं दूर जापदे। हजूर आखदे गलीए चिक्कड़ दूर घर नाल प्यारे ने। हुण एक बारे सोचदा भी बंदा मींह पै रिहा है, गली दे विच चिक्कड़ है, मैं गुरु नूं मिलण किस तरीके नाल जावां, मेरा तो पर दूसरे पास सोचदा भी मेरा तो उहदे नाल प्यार बड़ा है। जे मैं जाना हाँ चलां तां भिजे कंबली, रहां तां टुटे नहीं, कहंदे जे मैं तुर के जाना तो जिहड़ी मेरी कंबली की बुक्कल मारी हुई है मैं वो भिज जाती है, जे रहिना वा तो मेरा प्यारे दे नालों प्यार टुटदा। हुण करां ते करां की, कहंदे पर हुण असीं अक्सर वेखदे हैं जिहड़ी रूटीन दे विच संगत आउंदी है, किते थोड़ा जिहा मौसम सवेरे खराब होवे तो बिस्तरे तो उठण दा ही यतन किया जाता। क्यों? क्योंकि वो प्यार है जिहड़ा एक मतलबी जिहा प्यार है। गुरुद्वारे आउण दे वास्ते एक मतलब जिहा प्यार रह जाता है भी अज मींह पैंदा है अज नहीं जाता। उन्हां नूं ये शब्द जरूर चेते कर लेना चाहिए, गलीए चिक्कड़ दूर घर नाल प्यारे ने, चलां तां भिजे कंबली, रहां तां टुटे ने। कहंदे जे मैं नहीं जाता तो फिर मेरा प्यारे दे नालों प्यार टुट जाना है, तो जे जावांगा तो सिर्फ एक कंबली ही भिजेगी, मेरे लीड़े ही जिहड़े हन वो गिले होवणगे, होर कुछ मेरा जिहड़ा है वो नहीं कर सकता। हजूर अगे समझाउण दा यतन करदे ने, सर्बै एक अनेकै स्वामी सब कट भुगवे सोई, कह रविदास हाथ पै नेड़े सहजे होए सो होई। कहंदे वो तो एक हाथ दे नालों भी नेड़े है, जिन्हें समझ लिया उन्हों तो हाजिर हजूर उस परमात्मा के दीदारे हैं जिहड़े वो होने शुरू हो जाते हैं। अगे हजूर समझाउण दा यतन करते हैं, कथना कथीना आवे तोट, कथ कथ कथी कोटी कोट कोट। कथना कथी कहते उस परमात्मा के गुणों की विचार आख आख के, कदे उहदे गुणों के विच जां उहदी विचार दे विच घाट नहीं आ सकती, कदे तोट नहीं आ सकती। कथना कथीना आवे तोट, जिन्नी मर्जी उस परमात्मा की वडियाई करी जाइए, कदे उहदी वडियाई दीयां जिहड़ियां गल्लां हन वो मुक्कणगीਆਂ नहीं। तेरे कवन कवन गुण कह गावां, तू साहिब गुणी निधानो, ते गुणां दा खजाना है। ते गुणां दे खजाने की जिहड़ी विचार है वो शब्दां दे नाल जिहड़ी है वो पूरी नहीं हो सकती। सिर्फ असीं अखीर ते हक के यही आखांगे भी परमात्मा बेअंत है, अथाह है, उहदे गुणां अगाउच है, पहुँच है, उहदे तक पहुँच नहीं की जा सकती, उहदे गुणां नूं शब्दां दे विच बयान नहीं किया जा सकता। तो हजूर आखदे ने कथ कथ कथी कोटी कोट कोट, इस गल की विचार जिहड़े ज्ञानवान मनुख सन, कथ कथ कथी आख आख के आखी, कोटी कोट कोट जिहड़े विद्वान जन सन, ज्ञानवान पुरुष सन, जां जिहड़े ध्यानवान सन, जिन्हां ने इस गल की विचार करनी चाहिए, पर उन्होंने अखीर ते आख दिता भी उहदी गुणां की जिहड़ी विचार है उसनूं शब्दां दे विच बयान नहीं किया जा सकता। किसी ने कलम बंद करने वास्ते लिखिया तो वह भी शब्दां नूं लिखदा लिखदा थक गया, तो अखीर ते उन्हें आख दिता भी परमात्मा की जिहड़ी वडियाई है उन्होंने शब्दां दे विच भी बयान नहीं किया जा सकता। इस गल की गवाही भगत कबीर जी भी दिंदे हन। वो आखदे ने भी जे परमात्मा के गुणां नूं लिखण दा यतन करिए, कबीर आखदे ने संसार दे विच 7 समुंदर पाए जाते हैं, 7 समुंद, कहते सारे समुद्रां की जिन्ना पानी है उन्हां दी स्याही बना ली जाए, तो उस तो बाद कहते जिन्नी भी संसार की बनस्पति है उहदी कलम बना ली जाए, उन्नियां कलमां उन्नी स्याही, तो जिहड़ी धरती है इनू कागज़ बना लिया जाए। इस धरती के उत्ते भी उस परमात्मा की जिहड़ी वडियाई है, 7 समुद्रां का पानी है उहदी स्याही,
जिन्नी बनस्पति है उहदियां कलमां ते जिन्नी धरती है इहदा पेपर बना के उस परमात्मा के गुणां नूं लिखिया जावे ते कहंदे फिर भी कोई मनुख उस परमात्मा की वडियाई नूं नहीं लिख सकता। कबीर सात समुंदे मस करो कलम करो बनराए बसदा कागज जो करो हर जस लिखन ना जाए। कहंदे उस परमात्मा के गुणां नूं बयान नहीं किया जा सकता, उहदे गुणां नूं लिखिया नहीं जा सकता। फिर हजूर अगे समझाउण दा यतन करदे ने, देंदा दे लैंदे थक पाही जुगां जुगंतर खाही खाही। वो परमात्मा सानू जुगां जुगां तो दिंदा आ रहा। साडी रसोई दे विच असीं राशन लैके आउने आ, हफ्ते का लैके आउने आ, 15 दिनों का तो वध तो वध महीने का, तो महीने बाद साडी रसोई खाली हो जाती है। तो सानू इंज लगता भी हुण दुबारे इहदे विच जिहड़ा राशन है वो पाउणा पैना है, फिर इहदे विच जाके लंगर पकना है। पर जे किते संसार दे विच नज़र मार के वेखीए, देंदा दे लैंदे थक पाही जुगां जुगंतर खाही खाए। संसार दे विच उस परमात्मा की जिहड़ी काई है, जो कुछ भी उन्हें इस संसार दे विच बनाया है इक्को वारी बनाया, इक्को वारी संसार की उत्पत्ति की है। तो सारी जिहड़ी कार विहार है उस तरह चलती आ रही है। देंदा दे वो दे रहा है, असीं लैंदे थक रहे हैं। असी रोज़ आके उहदे कोलों मंगते हैं पर वह कदे मना नहीं करता। कदे आख्या गुरु ने भी तू कल ही मंगण आया सी, अज फिर मंगण आ गया। किसी के दर पर जाके 2 दिन वास्ते आपां पिंडां दे विच रहिंदे आ ना, तो उत्थे किसी दे घर 2 दिन वास्ते कोई बंदा कोई संद मंगण वास्ते चला जाए, कोई ट्राली मंगण वास्ते चला जाए, तो चौथे दिन अगला कह दिंदा भी भाई अपनी बना ला, रोज़ रोज़ नहीं दित्तियां सरदा। इस तरह असी गुरु दे कोल रोज़ आके मंगते हैं, तो गुरु ने कदे सानू आख्या ही नहीं भी तू आप भी रोज़ ही मूँह चक के आ जाना, भी कदे आके गुरु नूं मिलण वास्ते भी आ जाया कर, रोज़ तू मंगण वास्ते तो आ जाने। कदी इंज भी आख्या कर भी अज मैं गुरु की विचार नूं जाके सुनना है, अज मैं गुरु की बाणी नूं पढ़ना है। हर रोज़ मंगण दे वास्ते ही आउंदे हां हजूर आखदे, पर अगली पंक्ति के अंदर समझाउण दा यतन करदे ने। कहंदे देंदा दे लैंदे थक पाहे। इस मनुख ने संसार दे विच हमेशा मंगिया ही, इन्ना क मंगिया कि खांदियां खांदियां मूँह कट्ठा पहनंदियां सब अंग, खांदियां खांदियां जिहड़ा मूँह सी वो बिगड़ गया। बचपन तो खांदे आ रहे हैं, बजुर्ग हो गए, दंद सारे निकल गए, पर जीव का जिहड़ा लालच सी वो अजे तक खत्म नहीं होया। शरीर के उत्ते बचपन तो सुंदर कपड़े पहनता आ रहे हैं मनुख, उम्र हो गई पर हजे भी मन दे विच चाहना भी मैं वधिया तो वधिया जिहड़े कपड़े हैं उन्होंने खरीद के पावां। खांदियां खांदियां मूँह कट्ठा पहनंदियां सब अंग। हजूर आखदे नानक त्रिग तिन्हां दा जीविया जिन सच ना लगो रंग। कहंदे उन्हां दा इस संसार दे विच त्रिग जिउणा है, त्रिकार योग जिउणा है, जिन्होंने अजे भी परमात्मा के नाम का रंग नहीं लगा, जिहड़े अजे भी परमात्मा के नाम तो सखणे बैठे हैं। जुगां जुगंतर खाही खाही जिहड़े जुगां जुगां तो खांदे आ रहे हैं, जिहड़े जुगां जुगां तो उस परमात्मा दीयां बख्शिशां दा आनंद माणदे आ रहे ने, उन्होंने अजे भी परमात्मा के नाम का रंग नहीं लगा। उन्हों का जिउणा त्रिकार योग है। हुक्मी हुक्म चलाए राह नानक विकसे भी भरवा। हुक्मी हुक्म का जिहड़ा मालिक है वो हुक्म के अनुसार ही सच्ची मार्ग के उत्ते चलण के वास्ते प्रेरित करदा है। तो ये जिहड़ा संसार का जिहड़ा रस्ता है इस दे उत्ते सारे मनुखों को अपने हुक्म के अनुसार ही चला रहा है। तो वह निरंकार सदा भी परवाह तो प्रसन्न है। वो किसी चीज़ की कदे इंज कह लो भी वो मन के कदे इस गल का गुस्सा जां इस गल की कदे नमोशी नहीं आती कि इस संसार की कार किवें चल रही है। नानक विगसै भी प्रवाह, वो तो इस संसार की जिहड़ी कार चल रही है उस कार नूं एक वखरा होके उस कार दे नालों एक वखरी जगह के उत्ते बैठ के उहदा पालन पोषण कर रहे। तो चल रही कार नूं वेख के इस संसार की जिहड़ी कार विहार चल रही है, इस जीवां की उत्पत्ति हो रही है। जीव इस संसार नूं छड्ड के संसार तो ज़्यादा नहीं, कहंदे उन्हां नूं वेख वेख के खुश हुंदा है, विकसदा है, उहदे मन दे विच खड़ाव आउंदा है। तो सतगुरु जी इस पंक्तियां के द्वारा तीसरी पौड़ी के द्वारा सानूं यही समझाउण दा यतन करदे ने कि उस परमात्मा का जिहड़ा ताण है उहदा बल है उसनूं गा उही सकदा है जिहदे कोल गाउण दी हिम्मत है। तो उहदियां दित्तियां होईयां वडियाईयां नूं गाउण दे वास्ते शरीर दे विच समर्था भी उस परमात्मा के नाम के द्वारा ही आउणी है। सो आओ बाणी दे नाल जुड़िए, बाणी दे नाल जुड़िए, बाणी नूं विचारीए, हिरदे दे उत्ते वसाउण दा यतन करिए। अखीरलियां 2 पंक्तियां पढ़ के समाप्ति दे वल आइए जी।
हुक्मी हुक्म चलाए राम, नानक बिगसै बेपरवाह। वाहिगुरु जी का खालसा, वाहिगुरु जी की फतेह।